शहर वासियों ਵੱਲੋਂ ਇਲਜ਼ਾਮ ਲਗਾਏ ਗਏ ਸੀ ਕੰਮ ਨਾ ਕਰਦੇ, ਕੀ ਹੈ ਮਾਮਲਾ ਸਾਰਾ? ਐਕਚੁਅਲੀ ਜਿਹੜੇ ਉਹਨਾਂ ਵੱਲੋਂ ਮੈਂ ਸਪਸ਼ਟੀਕਰਨ ਦੇਣਾ ਚਾਹੁੰਦੀ ਹਾਂ ਆਪਣੇ ਵੱਲੋਂ ਈਓ ਨਗਰ ਕੌਂਸਲ ਤਰਨਤਾਰਨ ਸ਼ਰਨਜੀਤ ਕੌਰ ਕਿ ਜਿਹੜੇ ਉਹਨਾਂ ਵੱਲੋਂ ਦੋਸ਼ ਲਗਾਏ ਗਏ ਸਰਾਸਰ ਗਲਤ ਨੇ, ਕਿਉਂਕਿ ਮੇਰੇ ਵੱਲੋਂ ਕਦੀ ਵੀ ਜਿਹੜਾ ਮੇਰੇ ਕੋਲ ਕੰਮ ਆਉਂਦਾ ਹੈ ਜਿਵੇਂ ਵੀ ਜਦੋਂ ਵੀ ਡੀਲਿੰਗ ਹੈਂਡ ਵੱਲੋਂ ਨਾਲ ਦੀ ਨਾਲ ਹੀ ਆਪਣੇ ਵੱਲੋਂ ਜਿਹੜੀ ਨਿਪਟਾਰਾ ਕਰਕੇ ਡਾਕ ਵਾਪਸ ਭੇਜ ਦਿੱਤੀ ਜਾਂਦੀ ਹੈ। ਪਰੰਤੂ ਜਿਹੜਾ ਹੈਗਾ ਪਿਛਲੇ ਸਮੇਂ ਤੋਂ ਕਾਫੀ ਇਲੈਕਸ਼ਨ ਡਿਊਟੀਜ਼ ਵੀ ਹੋਣ ਕਰਕੇ ਅਤੇ ਸਟਾਫ ਦੀ ਜਿਹੜੀ ਸਾਰੀ ਇੱਥੇ ਨਾ ਹੋਣ ਕਰਕੇ ਦਫ਼ਤਰ ਵਿੱਚ ਮੌਜੂਦਗੀ ਤੋਂ ਕਾਫੀ ਜਿਹੜਾ ਹੈਗਾ ਸੀਗਾ ਦਫ਼ਤਰੀ ਜਿਹੜਾ ਕੰਮ ਕਾਜ ਹੈ ਉਹਦੇ ਵੱਲ ਜਿਹੜਾ ਵੀ ਟਾਈਮ ਨਾ ਹੋਣ ਕਾਰਨ ਸ਼ਾਰਟੇਜ ਹੋਣ ਕਾਰਨ ਉਹ ਪੈਂਡਿੰਗ ਸੀਗਾ। ਤਾਂ ਉਸ ਦੇ ਬਾਵਜੂਦ ਵੀ ਜਿਹੜਾ ਹੈਗਾ ਮੇਰੇ ਵੱਲੋਂ ਸਾਰੀ ਡਾਕ ਆ ਕੇ ਕੱਢੀ ਜਾਂਦੀ ਰਹੀ ਹੈ ਬਿਜ਼ੀ ਸ਼ਡਿਊਲ ਦੇ ਵਿੱਚ ਵੀ। ਅਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਜਿਹੜੀਆਂ ਉਹਨਾਂ ਵੱਲੋਂ ਦੋਸ਼ ਲਾਏ ਗਏ ਸਰਾਸਰ ਗਲਤ ਇਸ ਤਰ੍ਹਾਂ ਵੀ ਨੇ ਕਿ ਉਹ ਬੰਦਿਆਂ ਦਾ ਕੋਈ ਕੰਮ ਪੈਂਡਿੰਗ ਹੀ ਨਹੀਂ ਸੀਗਾ ਜਿਨ੍ਹਾਂ ਵੱਲੋਂ ਉਸ ਦਿਨ ਜਿਹੜੀ ਹੈਗੀ ਹੈ 23 ਕਿ 24 ਤਰੀਕ ਨੂੰ ਮੇਰੇ ਨਾਲ ਇੱਥੇ ਬਦਤਮੀਜ਼ੀ ਕੀਤੀ ਗਈ ਹੈ ਦਫ਼ਤਰ ਵਿੱਚ ਆ ਕੇ ਨਾਰੇ ਸ਼੍ਰੀ ਅਮਨ ਸੂਦ ਅਤੇ ਨਾਲ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਇੱਕ ਜਨਕ ਹੈਗੇ ਨੇ ਸ਼ੌਪ ਦੇ, ਉਹਨਾਂ ਦੇ ਪੋਤਰੇ ਨੇ ਸ਼ਾਇਦ ਰਿਤਵਿਕ ਅਰੋੜਾ, ਉਹਨਾਂ ਵੱਲੋਂ ਜਦੋਂ ਕਿ ਉਹਨਾਂ ਦਾ ਕੋਈ ਕੰਮ ਹੀ ਨਹੀਂ ਪੈਂਡਿੰਗ ਸੀ ਅਤੇ ਉਹਨਾਂ ਵੱਲੋਂ ਜਿਹੜਾ ਹੈਗਾ ਇੱਥੇ ਗਲਤ ਜਿਹੜੀ ਆਪਣੇ ਉੱਥੋਂ ਦੁਕਾਨ ਦੇ ਹੀ ਕਰਿੰਦੇ ਲਿਆ ਕੇ ਮੇਰੀ ਇੱਥੇ ਜਿਹੜੀ ਨਾਅਰੇਬਾਜ਼ੀ ਕੀਤੀ ਗਈ ਹੈ ਉਹ ਜਿਹੜੀ ਬਹੁਤ ਗਲਤ ਉਹਨਾਂ ਵੱਲੋਂ ਜਿਹੜੀ ਮੇਰੇ ਨਾਲ ਇੱਕ ਬਦਸਲੂਕੀ ਕੀਤੀ ਗਈ ਹੈ, ਜਦੋਂ ਕਿ ਮੇਰੇ ਵੱਲੋਂ ਕੋਈ ਕੰਮ ਪੈਂਡਿੰਗ ਹੈ ਹੀ ਨਹੀਂ ਸੀਗਾ। ਅਤੇ ਜਿਹੜਾ ਵੀ ਕੰਮ ਸੀਗਾ ਇਹ ਤੁਸੀਂ ਫਾਈਲਾਂ ਹੁਣ ਵੀ ਦੇਖ ਸਕਦੇ ਹੋ ਮੇਰੇ ਕੋਲ ਅੱਜ ਜਿਹੜੀਆਂ 28/2 ਨੂੰ ਜਿਹੜੀਆਂ ਫਾਈਲਾਂ ਨੇ ਅੱਜ ਪੁੱਟਾਂ ਪਾਈਆਂ ਹੋਈਆਂ ਨੇ ਡੀਲਿੰਗ ਕਲਰਕ ਵੱਲੋਂ, ਇਹ ਹਜੇ ਵੀ ਜਿਹੜੀਆਂ ਨੇ ਅਧੂਰੀਆਂ ਨੇ, ਨਾ ਤਾਂ ਇਹਦੇ ਉੱਤੇ ਮੇਰੀ ਕੋਈ ਮਾਰਕਿੰਗ ਹੋਈ ਹੈ ਅਤੇ ਨਾ ਹੀ ਜਿਹੜਾ ਹੈ ਇੰਸਪੈਕਟਰ ਵੱਲੋਂ ਇਹਦੇ 'ਤੇ ਕੋਈ ਰਿਪੋਰਟ ਕੀਤੀ ਹੋਈ ਹੈ, ਨਾ ਹੀ ਡੀਲਿੰਗ ਕਲਰਕ ਵੱਲੋਂ। ਤਾਂ ਉਹਨਾਂ ਵੱਲੋਂ ਆਪਣਾ ਪੋਲੀਟੀਕਲ ਜਦੋਂ ਕਿ ਚੋਣ ਜ਼ਾਬਤਾ ਲੱਗਾ ਹੋਇਆ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਕਿ ਤੁਸੀਂ ਸਾਡਾ ਜਿਹੜਾ ਉਹਨਾਂ ਦੀ ਰਿਪੋਰਟ ਤੋਂ ਬਿਨਾਂ ਹੀ 1.5 ਘੰਟੇ ਦੇ ਵਿੱਚ ਜਿਹੜਾ ਇਹ ਕੰਮ ਕਰਕੇ ਦਿਓ। ਪਰ ਮੈਡਮ ਤੁਸੀਂ ਇੱਕ ਜ਼ਿੰਮੇਵਾਰ ਪੋਸਟ 'ਤੇ ਬੈਠੇ ਜੀ, ਉਸ ਦਿਨ ਤੁਸੀਂ ਆਪਣੀ ਸੀਟ ਛੱਡ ਕੇ ਇੱਥੋਂ ਨਾਅਰੇਬਾਜ਼ੀ ਹੋਈ ਤੁਸੀਂ ਚਲੇ ਜਾਂਦੇ ਹੋ, ਇਹਦੇ ਬਾਰੇ ਮਤਲਬ ਤੁਸੀਂ ਡੀਸੀ ਸਾਹਿਬ ਨੂੰ ਜਾਂ ਹੋਰ ਕਿਸੇ ਨੂੰ ਕੰਪਲੇਂਟ ਕੀਤੀ? ਉਹ ਤਾਂ ਜੀ ਦੇਖੋ ਮੇਰੇ ਜਿਹੜੇ ਹਾਇਰ ਹੈਗੇ ਨੇ ਆਫਿਸਰ, ਮੈਂ ਉਹਨਾਂ ਨੂੰ ਉਸੇ ਵੇਲੇ ਹੀ ਉਹਨਾਂ ਦੇ ਧਿਆਨ ਵਿੱਚ ਲਿਆਂਦਾ, ਕਿਉਂਕਿ ਜਿਹੜਾ ਹੈਗਾ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਲੈਕਸ਼ਨ ਡਿਊਟੀਜ਼ ਲੱਗੀਆਂ ਹੋਈਆਂ ਨੇ ਅਤੇ ਜਿਹੜਾ ਹੈਗਾ ਆਫਿਸਰ ਨੇ ਵੀ ਜਿਹੜਾ ਵੀ ਕੋਈ ਅਧਿਕਾਰੀ ਹੈ ਉਹਨੇ ਜਿਹੜਾ ਉਹਨੂੰ ਟਾਈਮ ਦਿੱਤਾ ਹੋਇਆ ਰਾਈਟ ਟੂ ਸਰਵਿਸ ਐਕਟ ਦੇ ਵਿੱਚ, ਉਹਦੇ ਵਿੱਚ ਹੀ ਉਹਨੇ ਕੰਮ ਨੂੰ ਜਿਹੜਾ ਪੂਰਾ ਕਰਨਾ ਹੁੰਦਾ। ਇਹ ਤਾਂ ਹੈ ਨਹੀਂ ਗਾ ਵੀ ਜਿਹੜਾ ਹੈਗਾ ਕਿ ਹੁਣੇ ਹੀ ਪੇਪਰ ਲਿਆਂਦਾ, ਹੁਣੇ ਹੀ ਉਹਨੂੰ ਕਹਿ ਦਿੱਤਾ ਕਿ ਦਰਜ ਕਰੋ, ਹੁਣੇ ਹੀ ਉਹਨੂੰ ਜਿਹੜਾ ਹੈਗਾ ਉਹਦੀ NOC ਜਾਰੀ ਕਰੋ ਇੱਕ ਦਿਨ ਦੇ ਵਿੱਚ। ਅਤੇ ਉਹ ਜਿਹੜਾ ਹੈਗਾ ਹਰ ਇੱਕ ਜਿਹੜਾ ਡੀਲਿੰਗ ਹੈ ਜਾਂ ਇੰਸਪੈਕਟਰ ਹੈ ਜਾਂ ਮੇਰੇ ਲੈਵਲ ਦਾ ਹੈ, ਅਸੀਂ ਜਿਹੜਾ ਉਹਨੂੰ ਪ੍ਰੋਪਰ ਫਾਈਲ ਨੂੰ ਵਾਂਚ ਕੇ ਫਿਰ ਹੀ ਉਸ 'ਤੇ ਕਾਰਵਾਈ ਕਰ ਸਕਦੇ ਹਾਂ। ਮੈਡਮ ਇੱਕ ਜਿਹੜੀ ਵੀਡੀਓ ਵਾਇਰਲ ਹੁੰਦੀ ਆ ਉਹਦੇ ਵਿੱਚ 2 ਵਿਅਕਤੀਆਂ ਦਾ ਨਾਮ ਲਿਆ ਜਾਂਦਾ, ਇੱਕ ਨਰਿੰਦਰ ਕੁਮਾਰ ਅਤੇ ਇੱਕ ਲੱਕੀ ਦਾ, ਉਹਦੇ 'ਤੇ ਤੁਸੀਂ ਕੀ ਕਰ ਰਹੇ? ਪਹਿਲਾਂ ਦੀ ਵੀਡੀਓ ਜਿਹੜੀ ਮਤਲਬ ਤੁਹਾਡੀ ਵਾਇਰਲ ਹੁੰਦੀ ਆ ਵੀ ਉਹ 'ਚ ਤੁਸੀਂ ਕਹਿੰਦੇ ਵੀ ਇਹ ਆਹ ਬੰਦਿਆਂ 'ਤੇ ਮਤਲਬ ਪੈਸੇ ਲੈਣ ਦੇ ਰੋਪ ਲੱਗੇ, ਉਹਦੇ ਬਾਰੇ ਕੀ ਕਹਿੰਦੇ? ਉਹਨਾਂ 'ਤੇ ਤੁਸੀਂ ਕੀ ਕਾਰਵਾਈ ਕੀਤੀ ਹੈ? ਇਹ ਉਹਨਾਂ 'ਤੇ ਜੀ ਦੇਖੋ ਮੈਂ ਇਹੀ ਅੱਜ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਜੇ ਉਹਨਾਂ ਨੇ ਕੋਈ ਨਿਚਲੇ ਪੱਧਰ 'ਤੇ ਮੇਰੇ ਜਿਹੜੇ ਦਫ਼ਤਰ ਦੇ ਸਟਾਫ ਵੱਲੋਂ ਕੋਈ ਭ੍ਰਿਸ਼ਟਾਚਾਰ ਕੀਤਾ ਗਿਆ, ਰਿਸ਼ਵਤ ਲਈ ਗਈ ਹੈ, ਤਾਂ ਉਹਦੇ ਸੰਬੰਧ 'ਚ ਜਦੋਂ ਵੀ ਮੇਰੇ ਕੋਲ ਲਿਖਤੀ ਉਹਨਾਂ ਦੀ ਰਿਪੋਰਟ ਆਈ ਹੈ ਬਾਅਦ ਵਿੱਚ ਮੇਰੇ ਉਸ ਦਿਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ, ਤਾਂ ਮੇਰੇ ਵੱਲੋਂ ਜਿਹੜੀ ਉੱਚ ਅਧਿਕਾਰੀਆਂ ਨੂੰ ਕਾਰਵਾਈ ਹਿੱਤ ਲਿਖਿਆ ਗਿਆ। ਕਾਰਵਾਈ ਕੀਤੀ ਗਈ ਉਹਨਾਂ 'ਤੇ? ਉਹ ਤਾਂ ਹਜੇ ਜੀ ਉਹਨਾਂ ਦੇ ਲੈਵਲ 'ਤੇ ਹੈਗੀ ਹੈ, ਬਟ ਜਿਹੜੀ ਮੇਰੇ ਵੱਲੋਂ ਜਿਹੜੀ ਹੈਗੀ ਆ ਉਹਨਾਂ 'ਤੇ ਕਾਰਵਾਈ ਕਰਕੇ ਅਤੇ ਅੱਗੇ ਭੇਜ ਦਿੱਤੀ ਗਈ ਹੈ ਵੀ ਇਹ ਜਿਹੜਾ ਉਹਨਾਂ ਨੂੰ ਕਾਰਵਾਈ ਲਈ ਲਿਖਿਆ, ਜੋ ਵੀ ਉਹਨਾਂ ਦੀ ਲਿਖਤੀ ਰਿਪੋਰਟ ਆਈ ਸੀ ਜਿਹੜੇ ਲੋਕਾਂ ਵੱਲੋਂ ਇਹਨਾਂ ਨੇ ਕੋਈ ਰਿਸ਼ਵਤ ਲਈ ਹੈ ਜਾਂ ਨਹੀਂ ਲਈ, ਇਸ ਬਾਰੇ ਜੇਕਰ ਉਹਨਾਂ ਨੇ ਕੋਈ ਰਿਸ਼ਵਤ ਲਈ ਵੀ ਹੈ ਤਾਂ ਉਸ ਬਾਰੇ ਮੇਰੇ ਕੋਈ ਜਾਣਕਾਰੀ ਦੇ ਵਿੱਚ ਨਹੀਂ ਹੈਗਾ। ਕੀ ਉਹ ਹੁਣ ਦਫ਼ਤਰ ਆਉਂਦੇ ਨੇ? ਜੀ ਹਾਂ, ਉਹ ਦਫ਼ਤਰ ਵਿੱਚ ਜਿਹੜੇ ਹੈਗੇ ਨੇ ਸ਼੍ਰੀ ਵਰਿੰਦਰਪਾਲ ਨੇ, ਉਹ ਉਹਨਾਂ ਦੀ ਡਿਊਟੀ ਜਿਹੜੀ ਹੈ ਹੁਣ ਨਕਸ਼ਾ ਜਿਹੜਾ ਬ੍ਰਾਂਚ ਵਿੱਚ ਹੈ ਅਤੇ ਨਾਲ ਹੀ ਪ੍ਰੋਪਰਟੀ ਟੈਕਸ ਬ੍ਰਾਂਚ ਵਿੱਚ ਹੈ ਅਤੇ ਨਾਲ ਹੀ ਜਿਹੜੀ NOC ਦੇਣ 'ਤੇ ਡਿਊਟੀ ਲੱਗੀ ਹੋਈ ਹੈ।
ਤੇ ਉਹ ਕੰਮ ਕਰ ਰਹੇ ਨੇ। ਬਟ ਜਿਹੜਾ ਇਹ ਦੋਸ਼ ਲਗਾਏ ਜਾ ਰਹੇ ਨੇ ਸਾਰਿਆਂ ਵੱਲੋਂ ਹੀ ਕਿ ਸ਼ਹਿਰ ਵਾਸੀਆਂ ਵੱਲੋਂ ਜਾਂ ਜਿਹੜੇ ਵੀ ਪ੍ਰਾਰਥੀ ਆਉਂਦੇ ਨੇ ਐਪਲੀਕੈਂਟ, ਕਿ ਰਿਸ਼ਵਤ ਲਈ ਜਾਂਦੀ ਹੈ। ਨਿਚਲੇ ਪੱਧਰ 'ਤੇ ਜੇ ਕੋਈ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਬਾਰੇ ਮੇਰੀ ਕੋਈ ਜਾਣਕਾਰੀ ਨਹੀਂ ਮੇਰੇ ਕੋਲ ਹੈਗੀ ਵੀ ਉਹ ਆਪ ਵੀ ਜ਼ਿੰਮੇਵਾਰ ਹੈਗੇ ਨੇ ਕਿਤੇ, ਕਿ ਉਹ ਕਿਉਂ ਨਹੀਂ ਜਦੋਂ ਜਿੰਨੀ ਆਪਾਂ ਫੀਸ ਦਿੰਦੇ ਆ ਉਹਦੀ ਕਿਉਂ ਨਹੀਂ ਪਰਚੀ ਦੀ ਡਿਮਾਂਡ ਕਰਦੇ ਉਨੀ। ਮੈਡਮ, ਸ਼ਹਿਰ ਵਾਸੀਆਂ ਵੱਲੋਂ ਇਲਜ਼ਾਮ ਦੋਸ਼ ਤੁਹਾਡੇ 'ਤੇ ਲਾਏ ਜਾਂਦੇ ਆ ਕਿ ਮੈਡਮ ਉਸ ਫਾਈਲ 'ਤੇ ਸਾਈਨ ਕਰ ਦਿੰਦੇ ਆ ਜਿਹਦੇ ਪੈਸੇ ਦਿੱਤੇ ਜਾਂਦੇ ਨੇ, ਦੂਜੀਆਂ ਜਿਹੜੀਆਂ ਫਾਈਲਾਂ ਉਹ ਪੈਂਡਿੰਗ ਹੀ ਪਈਆਂ ਨੇ। ਸਰਾਸਰ ਗਲਤ ਇਲਜ਼ਾਮ ਲਗਾਏ ਜਾ ਰਹੇ। ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀ ਹਾਂ ਕਿ ਮੇਰੇ ਕੋਲ ਜਿਹੜੀਆਂ 20 ਤੋਂ 25 ਫਾਈਲਾਂ ਨੇ, ਜਦੋਂ ਕਿ ਪਹਿਲਾਂ ਨਰਿੰਦਰ ਕੁਮਾਰ ਦੀ ਡਿਊਟੀ ਸੀ, ਉਸ ਤੋਂ ਬਾਅਦ ਜਿਹੜੀ ਹੈ ਵਰਿੰਦਰਪਾਲ ਦੀ ਡਿਊਟੀ ਲੱਗੇ ਨੂੰ ਵੀ ਜਿਹੜਾ ਹੈਗਾ ਮਹੀਨੇ ਦੇ ਕਰੀਬ ਹੋ ਗਿਆ। ਤਾਂ ਅੱਜ ਜਿਹੜੀਆਂ 28 ਤਰੀਕ ਨੂੰ ਜਿਹੜੀਆਂ ਮੇਰੇ ਕੋਲ ਫਾਈਲਾਂ ਪੁੱਟ ਅਪ ਹੋਈਆਂ ਨੇ, ਕਾਫੀ ਤੁਸੀਂ ਦੇਖ ਸਕਦੇ ਹੋ ਕਿ 20 ਤੋਂ 25 ਫਾਈਲਾਂ ਹੈਗੀਆਂ ਨੇ, ਅੱਜ ਮੇਰੇ ਮਾਰਕਿੰਗ ਹੋਣ ਵਾਸਤੇ ਆਈਆਂ ਨੇ। ਤਾਂ ਇੱਥੇ ਜਿਹੜਾ ਹੈਗਾ ਮੇਰੇ ਤੋਂ ਬਾਅਦ ਜਿਹੜੀ ਹੈਗੀ ਹੈ ਡਿਊਟੀ ਬਣਦੀ ਹੈ ਇੰਸਪੈਕਟਰ ਦੀ। ਅਗਰ ਮੇਰੇ ਕੋਲ 2 ਹੋਰ ਐਡੀਸ਼ਨਲ ਚਾਰਜ ਨੇ, ਬਾਬਾ ਬਕਾਲਾ ਸਾਹਿਬ ਔਰ ਰਈਆ, ਤਾਂ ਮੈਂ ਉਧਰ ਮੇਰੀ ਗੈਰ ਹਾਜ਼ਰੀ ਵਿੱਚ ਤਾਂ ਮੈਂ ਇਹਨਾਂ ਦੇ ਆਰਡਰ ਵੀ ਕੱਢੇ ਹੋਏ ਨੇ ਦਫ਼ਤਰੀ ਕਿ ਤੁਸੀਂ NOC 'ਤੇ ਜਿਹੜੀ ਹੈਗੀ ਹੈ ਤੁਸੀਂ ਇਹਦੇ ਮੇਰੀ ਜਿਹੜੀ ਡਾਕ ਦਾ ਬਾਅਦ ਵਿੱਚ ਨਿਪਟਾਰਾ ਕਰਨ ਲਈ ਜਿਹੜੇ ਹੈ ਤੁਸੀਂ ਜ਼ਿੰਮੇਵਾਰ ਹੋਵੋਗੇ। ਪਰੰਤੂ ਜਿਹੜਾ ਅੱਜ ਵੀ ਕੀ ਮੈਂ ਦਫ਼ਤਰ ਜਦੋਂ ਆਈ ਹਾਂ ਤਾਂ 12 ਵਜੇ ਤੱਕ ਜਿਹੜੇ ਮਨਿੰਦਰ ਸਿੰਘ ਇੰਸਪੈਕਟਰ ਨੇ ਉਹ ਆਪਣੀ ਸੀਟ 'ਤੇ ਮੌਜੂਦ ਨਹੀਂ ਸੀ। ਤਾਂ ਉਸ ਕਾਰਨ ਕੁਛ ਜਿਹੜੇ ਪ੍ਰਾਰਥੀ ਆ ਮੇਰੇ ਕੋਲ ਸਿੱਧੇ ਆਏ ਨੇ ਅਤੇ ਕਿ ਜਿਹੜਾ ਹੈਗਾ ਮੈਡਮ ਸਾਡੀ ਫਾਈਲ ਜਿਹੜੀ ਹੈ ਤੁਹਾਡੇ ਕੋਲ ਸਾਈਨਾਂ ਲਈ ਪਈ ਹੋਈ ਹੈ ਤਾਂ ਸਾਡੀ NOC ਜਾਰੀ ਕੀਤੀ ਜਾਵੇ। ਤਾਂ ਮੇਰੇ ਵੱਲੋਂ ਫਿਰ ਜਿਹੜਾ ਡੀਲਿੰਗ ਕਲਰਕ ਉਸ ਨੂੰ ਬੁਲਾ ਕੇ ਪੁੱਛਿਆ ਗਿਆ ਕਿ ਇਹਨਾਂ ਦੀ ਫਾਈਲ ਮੈਨੂੰ ਜਿਹੜੀ ਹੈਗੀ ਅੱਜ ਤੁਸੀਂ ਫਾਈਲਾਂ ਕੋਈ ਕੀਤੀਆਂ ਨੇ ਅਤੇ ਉਹ ਪੁੱਟ ਅਪ ਕੀਤੀ ਜਾਵੇ। ਤਾਂ ਉਹ ਜਦੋਂ ਮੈਂ ਉਹਨਾਂ ਨੂੰ ਫਾਈਲ ਵਿਖਾਈ ਤਾਂ ਉਹ ਜਿਹੜੀ ਹੈ ਫਾਈਲ ਜਿਹੜੀ ਇਨਕੰਪਲੀਟ ਸੀ। ਉਹਦੇ ਉੱਪਰ ਨਾ ਤਾਂ ਇੰਸਪੈਕਟਰ ਦੀ ਰਿਪੋਰਟ ਹੈ ਕਿ ਕਿਸੇ ਰੀਜ਼ਨ ਨਾਲ, ਬਟ ਰਿਪੋਰਟ ਤਾਂ ਕੰਪਲੀਟ ਹੋਣੀ ਚਾਹੀਦੀ, ਡਾਕੂਮੈਂਟੇਸ਼ਨ ਤਾਂ ਚੈੱਕ ਹੋਣੀ ਚਾਹੀਦੀ ਹੈ ਨਾ ਉਹਦੀ। ਤਾਂ ਇਸ ਲਈ ਜਿਹੜਾ ਮੈਨੂੰ ਦੋਸ਼ ਲਾਇਆ ਜਾ ਰਿਹਾ ਹੈ ਕਿ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ। ਅੱਜ ਇਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਜੇ ਰਿਸ਼ਵਤ ਦੀ ਤੇ ਜਿਹੜਾ ਹੈਗਾ ਫਿਰ ਤੁਸੀਂ ਇੱਕ ਦਿਨ ਦੇ ਵਿੱਚ ਕਿਉਂ ਡਿਮਾਂਡ ਕਰਦੇ ਹੋ, ਜਦੋਂ ਕਿ RTC ਰਾਈਟ ਟੂ ਸਰਵਿਸ ਐਕਟ ਦੇ ਅਕੋਰਡਿੰਗ ਜਿਹੜਾ ਹੈਗਾ ਟਰਾਂਸਫਰ ਪ੍ਰੋਪਰਟੀ ਦਾ 1 ਮਹੀਨੇ ਦਾ ਟਾਈਮ ਹੁੰਦਾ। ਉਸ ਤੋਂ ਇਲਾਵਾ ਜਿਹੜੀ NOC ਆ ਉਹਦੇ ਲਈ 1 ਹਫ਼ਤੇ ਦਾ ਟਾਈਮ ਹੁੰਦਾ। ਮੈਡਮ, ਇੱਕ ਉਹਨਾਂ ਵੱਲੋਂ ਹੋਰ ਦੋਸ਼ ਲਾਇਆ ਗਿਆ ਹੈ ਕਿ ਤੁਸੀਂ ਕਹਿ ਰਹੇ ਚੋਣ ਜ਼ਾਬਤਾ ਲੱਗਾ ਹੋਇਆ ਹੈ, ਕਹਿੰਦੇ ਪਰ ਲਾ ਇਹ ਥੋੜ੍ਹੀ ਕਹਿੰਦਾ ਕਿ ਚੋਣ ਜ਼ਾਬਤੇ ਦੇ ਵਿੱਚ ਕੰਮ ਨਹੀਂ ਕੀਤਾ ਜਾਵੇਗਾ। ਕੰਮ ਕੀਤਾ ਜਾ ਰਿਹਾ ਜੀ ਚੋਣ ਜ਼ਾਬਤਾ, ਬਟ ਇਹ ਕਹਿ ਰਹੀ ਹਾਂ ਕਿ ਪੋਲੀਟੀਕਲ ਪ੍ਰੈਸ਼ਰ 'ਤੇ ਨਹੀਂ, ਜਿਸ ਵਿਅਕਤੀ ਦਾ ਕੋਈ ਕੰਮ ਹੀ ਨਹੀਂ ਹੈਗਾ ਦਫ਼ਤਰ ਦੇ ਵਿੱਚ। ਮੈਡਮ, ਤੁਹਾਡੇ 'ਤੇ ਕੀ ਪ੍ਰੈਸ਼ਰ ਪਾਇਆ ਜਾ ਰਿਹਾ ਹੈ? ਪ੍ਰੈਸ਼ਰ ਇਹ ਕਿ 10 ਤੋਂ 15 ਤੋਂ 20 ਬੰਦੇ ਅੰਦਰ ਲੈ ਕੇ ਕੈਮਰਿਆਂ ਨਾਲ ਪ੍ਰੀ ਪਲੈਨਿੰਗ ਮੈਂ ਕੰਮ ਕਰਨ ਲਈ ਆਈ ਸੀਗੀ ਉਸ ਦਿਨ ਦਫ਼ਤਰ, ਕਿਉਂਕਿ 1 ਦਿਨ ਪਹਿਲਾਂ ਮੈਂ ਜਿਹੜੀ ਇਲੈਕਸ਼ਨ ਤੋਂ 20 ਤਰੀਕ ਤੱਕ ਇਲੈਕਸ਼ਨ ਡਿਊਟੀ ਸੀਗੀਆਂ ਤਾਂ 21 ਦੀ ਛੁੱਟੀ ਸੀ। ਛੁੱਟੀ ਦੇ ਬਾਵਜੂਦ ਵੀ ਮੈਂ ਜਿਹੜਾ ਹੈਗਾ ਡਿਊਟੀ 'ਤੇ ਹਾਜ਼ਰ ਸੀ 21 ਨੂੰ ਵੀ, 22 ਨੂੰ ਵੀ, 23 ਨੂੰ ਮੈਂ ਜਦੋਂ ਇੱਥੇ ਨਗਰ ਕੌਂਸਲ ਦੇ ਦਫ਼ਤਰ ਆਈ ਹਾਂ ਤਾਂ ਉਸ ਟਾਈਮ ਮੈਂ ਜਿਹੜਾ ਡੀਲਿੰਗ ਕਲਰਕ ਨੂੰ ਹਦਾਇਤ ਕੀਤੀ ਕਿ ਤੁਸੀਂ ਮੇਰੇ ਕੋਲ ਲੰਚ ਬ੍ਰੇਕ ਤੋਂ ਬਾਅਦ ਜਿਹੜੀ ਹੈਗੀ 2 ਵਜੇ ਤਕਰੀਬਨ ਸਾਰੀਆਂ ਫਾਈਲਾਂ ਪੁੱਟ ਅਪ ਕਰੋ ਜਿਨ੍ਹਾਂ ਦੀਆਂ NOC ਅਤੇ ਟਰਾਂਸਫਰ ਪ੍ਰੋਪਰਟੀ ਪੈਂਡਿੰਗ ਨੇ। ਤਾਂ ਉਹਨਾਂ ਵੱਲੋਂ ਜਿਹੜੀਆਂ 2:30 ਪੌਣੇ 3 ਵਜੇ ਤੱਕ ਫਾਈਲਾਂ ਨਹੀਂ ਸੀ ਪੁੱਟ ਅਪ ਕੀਤੀਆਂ ਗਈਆਂ। ਉਹ ਕਲਰਕ ਮੇਰੇ ਕੋਲ ਹੀ ਬੈਠੇ ਸੀ। ਤਾਂ ਇਨ ਬਿਟਵੀਨ ਹੀ ਜਿਹੜਾ ਹੈਗਾ ਅਮਨ ਸੂਦ ਔਰ ਜਿਹੜੇ ਉਹਨਾਂ ਦੇ ਨਾਲ ਹੈਗੇ ਸੀਗੇ ਰਿਤਵਿਕ ਅਰੋੜਾ, ਉਹਨਾਂ ਦੇ ਨਾਲ ਅਣਪਛਾਤੇ ਜਿਹੜੇ ਹੈਗੇ ਆ ਉਹ ਮੈਨੂੰ ਬਾਅਦ 'ਚ ਪਤਾ ਲੱਗਾ ਕਿ ਜਿਹੜੇ ਉਹਨਾਂ ਦੀ ਦੁਕਾਨ 'ਤੇ ਕੱਪੜੇ ਦੀ 'ਤੇ ਵਰਕਿੰਗ ਕਰ ਰਹੇ ਨੇ ਉਹ ਲੜਕੇ ਸੀ ਔਰ ਉਹਨਾਂ ਦਾ ਤਾਂ ਕੋਈ ਕੰਮ ਵੀ ਨਹੀਂ ਸੀ ਪੈਂਡਿੰਗ ਹੈਗਾ। ਅਤੇ ਉਹਨਾਂ ਵੱਲੋਂ ਇੱਥੇ ਜਿਹੜੀ ਹੈ ਕਾਫੀ ਹੁੱਲੜਬਾਜ਼ੀ ਕੀਤੀ ਗਈ ਦਫ਼ਤਰ ਵਿੱਚ, ਕੰਮ ਨਾ ਕਰਨ ਦੇ ਵੀ ਇੱਥੇ ਅਸੀਂ ਇਹਨਾਂ ਨੂੰ ਬਹਿਣ ਨਹੀਂ ਦੇਣਾ, ਨਾ ਹੀ ਇਹਨਾਂ ਨੂੰ ਕੰਮ ਕਰਨ ਦੇਣਾ। ਥੱਲੜੇ ਨਿਚਲੇ ਲੈਵਲ ਤੋਂ ਵੀ ਜਿਹੜੀਆਂ ਕਾਫੀ ਟਾਈਮ ਦੀਆਂ ਜਿਹੜੀਆਂ ਫਾਈਲਾਂ ਨੇ ਉਹ ਨਾ ਤਾਂ ਨਰਿੰਦਰ ਕੁਮਾਰ ਵੱਲੋਂ ਪੁੱਟ ਅਪ ਕੀਤੀਆਂ ਗਈਆਂ ਸੀ ਨਾ ਵਰਿੰਦਰ ਕੁਮਾਰ ਵੱਲੋਂ। ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਤੁਹਾਡੇ ਸਟਾਫ ਵੱਲੋਂ ਵੀ ਮਤਲਬ ਤੁਹਾਡੇ ਨਾਲ ਜਿਵੇਂ ਕੋਈ ਕੰਮ ਰਲ ਕੇ ਪ੍ਰੋਪਰ ਤੁਹਾਡਾ ਸਾਥ ਨਹੀਂ ਦੇ ਰਹੀ, ਇਸ ਤਰ੍ਹਾਂ ਦੀ ਗੱਲ ਹੋਈ? ਇਹ ਤਾਂ ਫਿਰ ਹੁਣ ਮੈਂ ਕੁਛ ਵੀ ਨਹੀਂ ਕਹਿ ਸਕਦੀ ਹੈਗੀ। ਜਿੱਥੋਂ ਤੱਕ ਇਹਨਾਂ ਨੇ ਇੱਥੋਂ ਤੱਕ ਇਹਨਾਂ ਨੂੰ ਹੈਗਾ ਕਿ ਇਹ ਸੋਚ ਰਹੇ ਨੇ ਕਿ ਇੱਥੋਂ ਅਸੀਂ CO ਨਾਲ ਕੰਮ ਨਹੀਂ ਕਰਨਾ ਚਾਹੁੰਦੇ ਹੈਗੇ ਤਾਂ ਇਹਨਾਂ ਨੂੰ ਬਦਲ ਦਿੱਤਾ ਜਾਵੇ ਵੀ ਕਾਫੀ ਇਹਨਾਂ ਵੱਲੋਂ ਪਿੱਛੇ ਜਿਹੜੀ ਕਿਉਂਕਿ ਮੈਂ ਕਾਫੀ ਕੰਮ ਦੇ ਮਾਮਲੇ 'ਚ ਸਟ੍ਰਿਕਟ ਹਾਂ ਅਤੇ ਮੈਨੂੰ ਇਹ ਹੁੰਦਾ ਕਿ
ਕਿਸੇ ਨੂੰ ਵੀ ਜਿਹੜੀ ਹੈਗੀ ਹੈ ਪਬਲਿਕ ਨੂੰ ਹਰਾਸਮੈਂਟ ਨਾ ਹੋਵੇ, ਉਹਨਾਂ ਦਾ ਕੰਮ ਜਿਹੜਾ ਸਮੇਂ ਸਿਰ ਕਰਕੇ ਦਿੱਤਾ ਜਾਵੇ। ਸੂਜੀ ਦਾ ਉਦੋਂ ਕਹਿਣਾ ਸੀ ਵੀ ਮੈਡਮ ਬਜਾਏ ਕਿਸੇ ਗੱਲ ਦਾ ਕੰਮ ਦਾ ਜਵਾਬ ਦੇਣ ਦੀ ਬਜਾਏ ਰੋ ਕੇ ਸੱਚੇ ਹੋਣਾ ਜਾਂ ਇੱਥੋਂ ਭੱਜਣਾ ਬਿਹਤਰ ਸਮਝਦੇ ਆ, ਫਿਰ ਇਹੋ ਜਿਹੇ ਅਫਸਰ ਨੂੰ ਪੱਕਾ ਹੀ ਲੀਵ ਤੇ ਭੇਜ ਕੇ ਤੇ ਇਹਦੀ ਜਗ੍ਹਾ ਕੋਈ ਹੋਰ ਅਫਸਰ ਲਗਾਇਆ ਜਾਵੇ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਮੈਂ ਇਹ ਕਹਿਣਾ ਚਾਹੂੰਗੀ ਵੀ ਇਹਨਾਂ ਵੱਲੋਂ ਹੀ ਮੈਨੂੰ ਸਿਫਾਰਿਸ਼ ਕਰਕੇ ਲਿਆਂਦਾ ਗਿਆ ਸੀਗਾ ਕਿ ਜਿਹੜਾ ਹੈਗਾ ਇਹ ਈਓ ਮੈਡਮ ਜਿਹੜੇ ਕੰਮ ਕਰਨ ਵਾਲੇ ਨੇ, ਤੇ ਅੱਜ ਇਹੀ ਕਹਿ ਰਿਹਾ ਕਿ ਇਸ ਈਓ ਨੂੰ ਛੁੱਟੀ ਲੈ ਜਾਣੀ ਚਾਹੀਦੀ ਹੈ ਰੋ ਕੇ ਬਹਾਨਾ ਲਾ ਕੇ। ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਉਹਨਾਂ ਦੇ ਸਪਸ਼ਟੀਕਰਨ ਵਾਸਤੇ ਕਿ ਉਹ ਆਪਣੇ ਸਾਰੇ ਜਿਹੜੇ ਡੀਲਿੰਗ ਕਲਰਕ ਅਤੇ ਜਿਹੜਾ ਸਟਾਫ ਹੈ ਨਾ ਉਹਨਾਂ ਨੂੰ ਛੁੱਟੀ 'ਤੇ ਭੇਜਣ, ਜਿਵੇਂ ਕਿ ਮਨਿੰਦਰ ਸਿੰਘ, ਰਾਜੀਵ ਕੁਮਾਰ, ਜਿਨ੍ਹਾਂ ਦੇ ਉਹਨਾਂ ਨੇ ਇਹ ਵੀ ਕਿਹਾ ਸੀ BMW ਗੱਡੀਆਂ, ਠੀਕ ਹੈ ਨਾ, BMW ਗੱਡੀਆਂ ਜਿਨ੍ਹਾਂ ਨੇ ਰੱਖੀਆਂ ਨੇ ਉਹਨਾਂ ਦੀ ਫਿਰ ਸਾਰੀ ਇਨਕੁਆਇਰੀ ਕਰਵਾਈ ਜਾਵੇ ਵੀ ਉਹਨਾਂ ਕੋਲ ਇੰਨੀ ਜਿਹੜੀ ਹੈਗੀ ਹੈ ਕਿੱਥੋਂ ਫੰਡਸ ਆ ਰਹੇ ਨੇ ਜਾਂ ਕੁਛ ਵੀ ਹੈ ਵੀ ਜਿਹੜੇ ਉਹ BMW ਗੱਡੀਆਂ ਰੱਖ ਲਏ ਨੇ। ਈਓ ਕੋਲ ਤਾਂ ਜਿਹੜਾ ਹੈਗਾ ਸੁਪਰਡੈਂਟ ਤੋਂ ਪਹਿਲਾਂ ਵੀ ਜਿਹੜੀ ਹਸਬੈਂਡ ਵੱਲੋਂ ਜਿਹੜੀ ਸਾਡੀ ਫੈਮਿਲੀ ਵੱਲੋਂ ਗੱਡੀ ਲਈ ਗਈ ਆ ਉਹ ਵਰਤੀ ਜਾ ਰਹੀ ਹੈ। ਮੇਰੇ ਕੋਲੋਂ ਤਾਂ ਨਵੀਂ ਕੋਈ ਗੱਡੀ ਵੀ ਨਹੀਂ ਆਪਦੇ ਪਰਸਨਲ ਉਹਦੇ ਲਈ ਵਰਤੀ ਜਾ ਰਹੀ। ਅਤੇ ਜਿੱਥੋਂ ਤੱਕ ਰੋ ਕੇ ਸੱਚੇ ਹੋਣ ਵਾਲੀ ਗੱਲ ਹੈ, ਅਤੇ ਜਦੋਂ ਕੋਈ ਕੰਪਿਊਟਰ ਆਪਰੇਟਰ ਹੀ ਇੱਥੇ ਕੰਮ ਨਹੀਂ ਕਰਨ ਨੂੰ ਤਿਆਰ ਹੈਗਾ, ਕਿਉਂਕਿ ਉਹਨੂੰ ਸਟਾਫ ਵੱਲੋਂ ਡਰਾਇਆ ਜਾਂਦਾ ਕਿ ਜੇ ਤੁਸੀਂ ਈਓ ਮੈਡਮ ਦੇ ਆਖੇ ਲੱਗੇ ਤਾਂ ਤੁਹਾਨੂੰ ਜਿਹੜਾ ਅਸੀਂ ਹਟਾ ਦੇਵਾਂਗੇ ਆਊਟਸੋਰਸ ਸਟਾਫ ਨੂੰ, ਤੁਹਾਡੀ ਆਹ ਕਰਾਂਗੇ। ਪਤਾ ਨਹੀਂ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਧਮਕੀਆਂ ਕਿ ਉਹ ਵੀ ਡਰਦੇ ਹੋਏ ਇੱਥੇ ਦਫ਼ਤਰ 'ਚ ਮੇਰੇ ਰੂਮ 'ਚ ਆ ਕੇ ਕੰਮ ਕਰਦੇ ਨੇ, ਚਿੱਠੀਆਂ ਟਾਈਪ ਕਰਦੇ ਨੇ, ਜੋ ਕੋਈ ਵੀ ਕੰਮ ਕਰਦੇ ਨੇ, ਕਿਉਂਕਿ ਉਹਨਾਂ ਨੂੰ ਇਹ ਕਿਹਾ ਜਾਂਦਾ ਈਓ ਮੈਡਮ ਤੇ ਬਦਲ ਹੀ ਜਾਣੇ ਨੇ। ਅਤੇ ਇਸ ਤਰ੍ਹਾਂ ਮੇਰੇ ਵੱਲੋਂ ਕੋਈ ਵੀ ਨਾ ਤਾਂ ਰੋ ਕੇ ਦਫ਼ਤਰ ਛੱਡਿਆ ਜਾਂਦਾ ਅਤੇ ਨਾ ਕੋਈ ਬਹਾਨਾ ਹੀ ਬਣਾਇਆ ਜਾਂਦਾ, ਕਿਉਂਕਿ ਉਸ ਦਿਨ ਥੋੜ੍ਹਾ ਜਿਹਾ ਮੇਰੀ ਸਿਹਤ ਵੀ ਨਹੀਂ ਠੀਕ ਸੀ ਅਤੇ ਮੈਂ ਜਿਹੜਾ ਉਹਨਾਂ ਨੂੰ ਬਾਕੀ ਜਿਹੜਾ ਹੈਗਾ ਮੈਨੂੰ ਦਫ਼ਤਰ ਲੀਵ ਨਹੀਂ ਕਰਨਾ ਚਾਹੀਦਾ ਸੀ। ਇਹ ਮੈਂ ਮੰਨਦੀ ਹਾਂ ਕਿ ਮੈਂ ਉਹਨਾਂ ਨੂੰ ਉਸੇ ਦਿਨ ਹੀ ਇਹ ਜਸਟੀਫਾਈ ਕਰਦੀ ਫਾਈਲਾਂ ਮੰਗਾ ਕੇ, ਕਿਉਂਕਿ ਜਿਹੜੇ ਡੀਲਿੰਗ ਕਲਰਕ ਹੈਗੇ ਸੀ ਉਹ ਤਾਂ ਸੱਚੇ ਹੋ ਗਏ ਕਿ ਅਸੀਂ ਜਿਹੜਾ ਹੈਗਾ ਵੀ ਫਾਈਲਾਂ ਈਓ ਸਾਹਿਬ ਦੇ ਟੇਬਲ 'ਤੇ ਰੱਖਤੀਆਂ, ਉਹਨਾਂ ਦੇ ਆਉਣ 'ਤੇ ਹੀ ਉਹ ਵੀ ਆਈਆਂ। ਅਤੇ ਜਿਹੜੀਆਂ ਫਾਈਲਾਂ ਹਜੇ ਵੀ ਅਧੂਰੀਆਂ ਨੇ, ਹਰ ਪੱਖੋਂ ਅਧੂਰੀਆਂ ਨੇ, ਜਿਹੜੀਆਂ ਇਨਕੰਪਲੀਟ ਨੇ, ਅਤੇ ਕਿਸੇ ਵੀ ਅਧਿਕਾਰੀ ਨੇ ਜਿਹੜਾ ਹੈਗਾ ਥੱਲਿਓਂ ਰਿਪੋਰਟਿੰਗ ਹੋਣ ਤੋਂ ਬਾਅਦ ਹੀ ਜਿਹੜੀ ਹੈ ਡਾਕ ਜਿਹੜੀ ਹੈ ਉਹ ਡਿਸਬਰਸ ਕਰਨੀ ਹੁੰਦੀ ਹੈ, ਨਾ ਕਿ ਜਿਹੜਾ ਸਿੱਧਾ ਪ੍ਰੈਸ਼ਰਾਈਜ਼ ਕਰਕੇ ਕਿ ਤੁਸੀਂ ਹੁਣ ਅਸੀਂ ਬਾਹਰ ਬਹਿੰਦੇ ਹਾਂ ਅਤੇ ਤੁਸੀਂ 1.5 ਘੰਟੇ ਦੇ ਵਿੱਚ ਸਾਨੂੰ ਸਾਰੀ ਜਿਹੜਾ ਹੈਗਾ ਕੰਮ ਕੰਪਲੀਟ ਕਰਕੇ ਦਿਓ। ਜਦੋਂ ਕਿ ਦਫ਼ਤਰ ਦੇ ਵਿੱਚ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਹੋਰ ਵੀ ਕਾਫੀ ਜਿਹੜੀਆਂ ਸੂਚਨਾਵਾਂ ਭੇਜਣੀਆਂ ਹੁੰਦੀਆਂ ਨੇ, ਕੋਈ ਜਵਾਬ ਤਿਆਰ ਕਰਵਾਉਣੇ ਹੁੰਦੇ ਨੇ, ਕਿਉਂਕਿ ਇੱਥੇ ਜਿਹੜਾ ਨਗਰ ਕੌਂਸਲ ਤਰਨਤਾਰਨ ਵਿਖੇ ਜਦੋਂ ਦੀ ਮੈਂ 15 ਜੁਲਾਈ ਦੀ ਆਈ ਹਾਂ, ਨਾ ਤਾਂ ਉਸ ਟਾਈਮ ਤੋਂ ਜਿਹੜਾ ਹੈਗਾ ਲੇਖਾਕਾਰ ਇੱਥੇ ਉਹਦੇ ਕੋਲ ਐਡੀਸ਼ਨਲ ਚਾਰਜ ਹੈ, ਉਹਨਾਂ ਕੋਲ ਉਹ ਆਏ ਨੇ, ਨਾ ਇੱਥੇ ਜੇਈ ਆਏ ਨੇ, ਉਹਨਾਂ ਕੋਲ ਵੀ ਐਡੀਸ਼ਨਲ ਚਾਰਜ ਹੈ। ਕਿੰਨਾ ਸਮਾਂ ਮੈਂ ਜੀ 15 ਜੁਲਾਈ ਤੋਂ ਇੱਥੇ ਜੁਆਇਨ ਕੀਤਾ 2000 ਜਿਹੜਾ ਹੈਗਾ 21 ਨੂੰ, ਅਤੇ ਮੈਨੂੰ ਤਕਰੀਬਨ 8-9 ਮਹੀਨੇ ਇੱਥੇ ਆਈ ਨੂੰ ਹੋਏ ਨੇ। ਮੇਰੇ ਵੱਲੋਂ ਕੋਈ ਵੀ ਕੰਮ ਪੈਂਡਿੰਗ ਨਹੀਂ ਹੈ, ਅਤੇ ਮੈਂ ਜਿਹੜਾ ਅੱਜ ਸਪਸ਼ਟੀਕਰਨ ਦੇ ਰਹੀ ਹਾਂ ਨਾ ਇਹ ਜ਼ਰੂਰ ਲਾਇਓ। ਫਿਰ ਜਿਹੜਾ ਹੈਗਾ ਨਾ ਸਟੇਟਮੈਂਟ ਮੇਰੀ ਕੱਟ ਕੇ ਕਿਉਂ ਲਾਉਂਦੇ ਨੇ, ਕਿਉਂਕਿ ਜਿਹੜਾ ਹੈਗਾ 2-2 ਸਾਲ ਤੋਂ ਜਿਹੜੇ ਮੇਰੇ ਆਉਣ ਤੋਂ ਪਹਿਲਾਂ ਈਓ ਸੀਗੇ ਉਹਨਾਂ ਵੱਲੋਂ ਪੈਂਡਿੰਗ ਨਕਸ਼ੇ ਜਿਹੜੇ ਆ ਮੇਰੇ ਹੁਣ ਪੁੱਟ ਅਪ ਹੋ ਰਹੇ ਨੇ, ਫਿਰ ਉਹ ਆਪਣੀ ਡਾਕ ਕਿਉਂ ਨਹੀਂ ਡਿਸਬਰਸ ਕਰਕੇ ਗਏ। ਜਿਹੜੀ ਅਮਨ ਸੂਦ ਜੀ ਦਾ ਕਹਿਣਾ ਹੈ ਕਿ ਨਾ ਤੁਸੀਂ ਡੀਸੀ ਸਾਹਿਬ ਦਾ ਕਹਿਣਾ ਮੰਨਦੇ ਜੋ ਅਤੇ ਨਾ ਐਮਐਲਏ ਸਾਹਿਬ ਦਾ। ਦੇਖੋ ਜੀ ਮੇਰੀ ਗੱਲ ਸੁਣੋ, ਐਮਐਲਏ ਸਾਹਿਬ ਤਾਂ ਜਿਹੜਾ ਹੈਗਾ ਉਹ ਮੈਨੂੰ ਖੁਦ ਲਿਆਏ ਸੀਗੇ, ਅਤੇ ਉਹਨਾਂ ਦਾ ਮੈਂ ਕਹਿਣਾ ਜਦੋਂ ਤੱਕ ਹੈਗੀ ਸੀ ਚੋਣ ਜਾਬਤਾ ਨਹੀਂ ਸੀਗਾ, ਅਤੇ ਜਿਹੜਾ ਜਾਇਜ਼ ਕੰਮ ਹੈ ਉਹੀ ਮੈਂ ਕਰਨਾ, ਨਜਾਇਜ਼ ਤਾਂ ਕਰਨਾ ਹੀ ਨਹੀਂ। ਈਵਨ ਡੀਸੀ ਸਾਹਿਬ ਦਾ ਜੇ ਮੈਂ ਕਹਿਣਾ ਨਹੀਂ ਮੰਨਦੀ ਤਾਂ ਉਹਨਾਂ ਵੱਲੋਂ ਵੀ ਕੋਈ ਕਾਰਵਾਈ ਮਤਲਬ ਹੁੰਦੀ ਹੈ, ਲੇਕਿਨ ਇਹੋ ਜਿਹੀ ਕੋਈ ਕੰਪਲੇਂਟ ਨਹੀਂ ਦਿੱਤੀ ਮੈਂ ਕਦੀ ਵੀ, ਨਾ ਡੀਸੀ ਸਾਹਿਬ ਵੱਲੋਂ ਅਤੇ ਨਾ ਹੀ ਜਿਹੜੀ ਹੈਗੀ ਹੈ ਐਮਐਲਏ ਸਾਹਿਬ ਨੂੰ। ਠੀਕ ਹੈ ਜੀ, ਓਕੇ, ਧੰਨਵਾਦ।